अस्सलाम वालेकुम जनाब। प्रोग्राम ਹੁੰਗਾਰਾ ਲੈ ਕੇ ਤਾਹਿਰ ਅਹਿਮਦ ਭੱਟੀ ਖਿਦਮਤ ਤੁਹਾਡੀ 'ਚ ਹਾਜ਼ਰ ਹੈ। ਅਤੇ ਜਿਹੜੇ ਸਾਡੇ ਉਰਦੂ ਦਾ ਪ੍ਰੋਗਰਾਮ ਸੁਣਦੇ ਨੇ ਆਇਨਾ, ਉਹਨਾਂ ਨੂੰ ਯਾਦ ਹੋਵੇ ਤਾਂ ਜਿਹੜੀ ਗੱਲ ਸ਼ੁਰੂ ਕਰੀ ਦੀ ਤੁਸੀਂ ਆਨੇ ਜੀ ਅੱਜ ਸਾਡੇ ਪ੍ਰੋਗਰਾਮ ਦਾ ਥੀਮ, ਉਹ ਮੈਂ ਆਖਿਆ ਅੱਜ ਥੀਮ ਅੱਜ ਪੰਜਾਬੀ ਵਾਲਿਆਂ ਨੂੰ ਵੀ ਦੱਸੀ ਹੈ ਵੀ ਥੀਮ ਹੁੰਦਾ ਵਿਚਲੀ ਗੱਲ ਜਿਹਨੂੰ ਆਉਂਦੇ ਨੇ ਨਾ, ਮਤਲਬ ਕਿ ਅੰਦਰ ਸਾਰਾ ਯਾਨੀ ਸਾਰਾ ਪ੍ਰੋਗਰਾਮ ਕਿਹੜੀ ਚਰਖੀ ਦੇ ਉੱਤੇ ਫਿਰਨਾ। ਅਤੇ ਅੱਜ ਵਾਲਾ ਥੀਮ ਮੈਨੂੰ ਯਾਦ ਆਇਆ ਵੀ ਨਸੀਰਪੁਰ ਰਾਜਿਆਂ ਦਾ ਉੱਥੇ ਸਾਡੇ ਸਰਗੋਧੇ, ਅਤੇ ਉੱਥੇ ਅਸੀਂ ਇੱਕ ਵਾਰੀ ਰਾਤ ਇੱਥੇ ਆਪਣੇ ਇੱਕ ਦੋਸਤ ਦੇ ਡੇਰੇ 'ਤੇ ਰਹੇ ਅਤੇ ਚੰਗੀ ਰਾਤ ਮਜਲਿਸ ਜੰਮੀ। ਅਤੇ ਉੱਥੇ ਇੱਕ ਬਾਬਾ ਉਸ ਆਖਿਆ ਕਿ ਗੱਲ ਉਹ ਇਹੀ ਕਰੂ ਸੀ ਕਿ ਫਲਾਣਾ ਜਿਹੜਾ ਉਹ ਹਾਰ ਜਾਏਗਾ ਸਿਆਸੀ ਤੌਰ 'ਤੇ, ਫਲਾਣਾ ਜਿੱਤ ਜਾਏਗਾ। ਉਹ ਜਿਹੜੀ ਸਿਆਸੀ ਗੱਲਾਂ ਹਨ ਉਹਦੇ ਬਾਰੇ 'ਚ ਉਸ ਮੁਵਾਜ਼ਨਾ ਕਰਨਾ ਸੀ ਆਪਣੇ ਖਿਆਲ ਵਿੱਚ। ਉਹ ਬੁੱਢੇ ਆਖਿਆ ਉਸ ਆਖਿਆ ਮਾਈਆ ਤਾਂ ਰਾਸੀ ਜੇ ਥੁੰਨੀ ਬਣਾ ਰਾਸੀ। ਮਤਲਬ ਇਹ ਚੂੰਕਿ ਜ਼ਰਾ ਜ਼ਿਆਦਾ ਡਾਢੀ ਹੈ ਪੰਜਾਬੀ ਕੱਦੀ ਵਾਲੀ, ਅਤੇ ਇਹਨੂੰ ਜ਼ਰਾ ਸੌਖਿਆਂ ਕਰਦੇ ਹਾਂ ਕਿ ਮਤਲਬ ਕਿ ਮਾਈਆ ਉਦੋਂ ਬਾਜ਼ ਆਏਗਾ ਜਦੋਂ ਬੂਥੀ ਬਣਾ ਲਏਗਾ ਆਪਣੀ ਮਾਰ ਖਾ ਕੇ, ਯਾਨੀ ਨੁਕਸਾਨ ਕਰਵਾ ਕੇ। ਅੱਜ ਦੇ ਪ੍ਰੋਗਰਾਮ ਦਾ ਜਿਹੜਾ ਥੀਮ ਹੈ ਉਹ ਇਹ ਹੀ ਹੈ ਜਨਾਬ ਕਿ ਮਾਈਆ ਤਾਂ ਰਾਸੀ ਜਾਂ ਥੁੰਨੀ ਬਣਾ ਰਾਸੀ। ਹਾਲਾਤ ਕਰੋਨਾ ਦੇ ਹਵਾਲੇ ਨਾਲ ਕੋਈ ਚੰਗੇ ਨਹੀਂ ਨੇ, ਦੁਨੀਆ ਭਰ 'ਚ ਚੰਗੇ ਨਹੀਂ ਨੇ, ਲੇਕਿਨ ਪਾਕਿਸਤਾਨ ਦੇ ਹਵਾਲੇ ਨਾਲ ਬੰਦੇ ਇਹਨਾਂ ਨੂੰ ਦੱਸਦੇ ਸਨ ਕਿ ਇੰਝ ਕੰਮ ਕਰੋ ਕਿ ਤੁਹਾਡੇ 'ਤੇ ਰੱਬ ਦੀ ਨਜ਼ਰ ਸਵੱਲੀ ਹੈ, ਇਹਦਾ ਫਾਇਦਾ ਉਠਾਓ ਔਰ ਹੁਣ ਤੋਂ ਬਾਅਦ ਇਹਤਿਆਤਾਂ ਕਰੋ। ਇਹ ਇੰਝ ਕਰੋਗੇ ਅਤੇ ਜਿਨ੍ਹਾਂ ਦੇ ਕੋਲ ਵਸਾਇਲ ਹੈ ਸਨ ਉਹਨਾਂ ਕੋਲੋਂ ਇਹ ਵੱਗ ਰੁੜਿਆ ਸਾਂਭਿਆ ਨਹੀਂ ਪਿਆ ਜਾਂਦਾ, ਅਤੇ ਤੁਹਾਡੇ ਕੋਲ ਵਸਾਇਲ ਵੀ ਨਹੀਂ ਨੇ, ਤੁਹਾਡੇ ਹਾਲਾਤ ਵੀ ਇਜਾਜ਼ਤ ਨਹੀਂ ਦਿੰਦੇ, ਤੁਹਾਡੇ ਅੰਦਰ ਜਹਾਲਤ ਦੀ ਵੀ ਸਤ੍ਹਾ ਕਾਫੀ ਬੁਲੰਦ ਹੈ। ਅਤੇ ਇਸ ਵਾਸਤੇ ਬਿਹਤਰ ਇਹ ਵੇ ਕਿ ਇਹਨੂੰ ਇਸ ਤਰੀਕੇ ਨਾਲ ਸਾਂਭਿਆ ਜਾਏ। ਉਹ ਮੈਨੂੰ ਯਾਦ 6-8 ਹਫ਼ਤੇ ਪਹਿਲਾਂ ਦੀ ਗੱਲ, ਯਾਨੀ 2-2.5 ਮਹੀਨੇ ਪਹਿਲਾਂ ਮੁਖਤਲਿਫ ਚੈਨਲਾਂ ਦੇ ਉੱਤੇ ਵੇਖਿਆ ਡਾਕਟਰ ਫਹੀਮ ਸਾਹਿਬ ਜਿਹੜੇ ਅਮਰੀਕਾ 'ਚ ਇਹਨਾਂ ਦੀ ਵਾਇਰਸ ਦੀ ਡਿਜ਼ੀਜ਼ ਅਤੇ ਇਨਫੈਕਸ਼ਨ ਦੀ ਡਿਜ਼ੀਜ਼, ਕੈਂਸਰ, ਇਹੋ ਜਿਹੀਆਂ ਸਾਰੇ ਜਿਹੜੀਆਂ ਜ਼ਿਆਦਾ ਬਰੀਕ ਬਿਮਾਰੀਆਂ ਨੇ ਉਹਨਾਂ ਦੇ ਅੱਛੇ ਬਹੁਤ ਨਾਮੀ ਗ੍ਰਾਮੀ ਸਪੈਸ਼ਲਿਸਟ, ਉਹਨਾਂ ਨੂੰ ਵੀ ਮੁਖਤਲਿਫ ਚੈਨਲਸ ਲੈਂਦੇ ਆਣ ਟੈਲੀਵਿਜ਼ਨ 'ਤੇ, ਪੁੱਛਦੇ ਆਣ ਵੀ ਹਾਂ ਬਈ ਉਹ ਦੱਸਦੇ ਵੀ ਰਹੇ ਆਪਣੇ ਆਪਣੇ ਤਰੀਕੇ ਨਾਲ। ਔਰ ਮੁੜੋ ਸੁਣਨ ਵਾਲੇ ਅੱਗੋਂ ਤੇ ਉਸ ਕਿਹਾ ਦਵਾਈ ਤਾਂ ਮੈਂ ਦਿੰਦਾ ਪਰ ਉਹਨੂੰ ਖਾਣਾ ਤਾਂ ਤੂੰ ਹੀ ਹੈ ਨਾ। ਮੈਨੂੰ ਇਹਦੇ 'ਤੇ ਉਹ ਯਾਦ ਆ ਗਈ ਗੱਲ ਸੁਣੀ, ਉਹ ਵੀ ਮੈਂ ਬਜ਼ੁਰਗਾਂ ਕੋਲੋਂ ਹੀ ਹੈ। ਇੱਕ ਜਨਾਨੀ ਇੱਕ ਆਈ ਅਤੇ ਉਸ ਆਪਣੇ ਸਹੁਰੇ ਨੂੰ ਆਖਿਆ, ਉਸ ਆਖਿਆ ਚਾਚਾ ਜੀ ਇੰਝ ਕੰਮ ਕਰੋ, ਮੈਨੂੰ ਜਿਹੜੀ ਹੈ ਨਾ ਰਸੋਈ ਉਹਨੂੰ ਬੂਹਾ ਲਵਾ ਦਿਓ। ਰਸੋਈ ਤੋਂ ਉਹਨਾਂ ਦੀ ਆਈ ਕੋਈ ਨਾ ਚੁਲਾਨੀ ਹੋਣੀ ਜਿੱਥੇ ਉਹ ਪਕੇਰਾ ਸ਼ਕੇਰਾ ਕਰਨਾ, ਆਂਡੀ ਰੋਟੀ ਦਾ ਕਰਨਾ। ਉਸ ਆਖਿਆ ਜੀ ਇੱਥੇ ਮੈਨੂੰ ਨਾ ਦਰਵਾਜ਼ਾ ਲਵਾ ਦਿਓ ਇਹਨੂੰ, ਕਿਉਂ ਜੇ ਕੁੱਤੀ ਮੂੰਹ ਪਾ ਜਾਂਦੀ ਹੈ। ਬੁੱਢਾ ਸਿਆਣਾ ਉਸ ਗੱਲ ਸੁਣ ਕੇ ਨਾ ਅਤੇ ਉਸ ਪਿਛਾਂ ਪਰਤ ਕੇ ਉਸ ਆਖਿਆ ਪੁੱਤਰਾ ਉਹ ਤਾਂ ਮੈਂ ਤਰਖਾਣ ਸੱਦ ਕੇ ਬੂਹਾ ਲਵਾ ਦਿਆਂਦਾ, ਪਰ ਉਹਨੂੰ ਬੰਦ ਤਾਂ ਤੂੰ ਹੀ ਕਰਨਾ ਹੈ ਨਾ, ਅਤੇ ਜੇ ਤੂੰ ਐਡੀ ਚੱਜ ਵਾਲੀ ਹੁੰਦੀ ਹੋ ਤਾਂ ਤੇਰੇ ਭਾਂਡੇ 'ਚ ਕੁੱਤਾ ਮੂੰਹ ਕਿਉਂ ਪਾ ਜਾਂਦਾ। ਬਹਰਹਾਲ ਬੂਹਾ ਮੈਂ ਲਵਾ ਦੇਣਾ, ਲੇਕਿਨ ਇਹ ਗੱਲ ਜ਼ਿਹਨ 'ਚ ਰੱਖੀ ਕਿ ਉਹਨੂੰ ਬੰਦ ਤੂੰ ਹੀ ਕਰਨਾ, ਦਰਵਾਜ਼ਾ ਬੰਦ ਮੈਂ ਤਾਂ ਨਹੀਂ ਆ ਕੇ ਕਰਨਾ ਡੇਰੇ ਤੋਂ। ਉਹੀ ਗੱਲ ਹੈ ਕਿ ਉਹ ਡਾਕਟਰ ਫਹੀਮ ਸਿਆਣਾ ਸੀ ਆਪਣੀ ਥਾਂ 'ਤੇ, ਅੱਲਾਹ ਤਾਲਾ ਉਹਨੂੰ ਹੋਰ ਸਿਆਣਾ ਬਣਾਏ, ਉਹਨਾਂ ਦੱਸਿਆ ਵੀ ਵੱਲ ਤਰੀਕੇ ਨਾਲ। ਲੇਕਿਨ ਇਹ ਜਿਹੜੀ ਕੁਚੱਜੀ ਨੂੰਹ ਆਈ ਪਾਕਿਸਤਾਨ ਵਾਲੀ ਹਕੂਮਤ ਦੀ, ਜਾਂ ਪਾਕਿਸਤਾਨ ਦੇ ਜਿਹੜਾ ਸੋਸ਼ਲ ਸਿਸਟਮ ਵਾਲੇ ਜਾਂ ਦੂਜੇ ਤੀਜੇ ਦੱਸਣ ਵਾਲੇ ਪੁੱਛਣ ਵਾਲੇ, ਉਹ ਤਾਂ ਬੂਹਾ ਬੰਦ ਤਾਂ ਉਹਨਾਂ ਆਪ ਕਰਨਾ ਸੀ ਡਾਕਟਰ ਫਹੀਮ ਨੇ, ਅਤੇ ਅਮਰੀਕਾ ਤੋਂ ਆ ਕੇ ਕੋਈ ਨਹੀਂ ਸੀ ਨਾ ਕਰ ਦੇਣਾ। ਬਹਰਹਾਲ ਇੱਕ ਖਾਤਾ ਚੱਲਦਾ ਰਿਹਾ। ਅਤੇ ਹੁਣ ਵੀ ਕੱਲ੍ਹ ਪਰਸੋਂ ਮੈਂ ਵੇਖਿਆ ਡਾਨ TV 'ਤੇ, ਅਤੇ ਉਹਨਾਂ ਦੇ ਆ ਕੇ ਗੱਲ ਕੀਤੀ, ਅਤੇ ਉਹ ਬੀਬੀ ਜਿਹੜੀ ਉਹ ਇਹਨਾਂ ਦੀ ਐਂਕਰ ਆਈ, ਉਹ ਬਾਰ ਪਰਤ ਕੇ ਪੁੱਛੇ ਹਕੂਮਤ ਨੂੰ ਤੁਸੀਂ ਕੀ ਆਖੋ। ਅਤੇ ਉਹ ਆਖਿਆ ਭਾਈ ਗੱਲ ਇਹ ਹਕੂਮਤ ਨੂੰ ਆਖਣਾ ਮੇਰਾ ਕੰਮ ਨਹੀਂ, ਹਕੂਮਤਾਂ ਆਪਣੇ ਕੰਮ ਆਪ ਕਰਦੀਆਂ ਨੇ, ਮੇਰੀ ਫੀਲਡ ਸਿਆਸਤ ਨਹੀਂ ਹੈ, ਮੇਰੀ ਫੀਲਡ ਡਾਕਟਰੀ ਹੈ। ਮੈਂ ਡਾਕਟਰੀ ਦੇ ਹਵਾਲੇ ਨਾਲ ਤੁਹਾਨੂੰ ਜਿਹੜੀ ਮੈਨੂੰ ਗੱਲ ਸਮਝ 'ਚ ਆਉਂਦੀ ਉਹ ਤੁਹਾਨੂੰ ਦੱਸਦਾ ਪਿਆ, ਇਹਤਿਆਤਾਂ ਦੱਸਣਾ ਵਾ, ਹੋਰ ਕਈ ਚੀਜ਼ਾਂ ਨੇ। ਲੇਕਿਨ ਉਹਨਾਂ ਦੇ ਉੱਤੇ ਉਹਨਾਂ ਆਖਿਆ ਜਿਹੜੇ 3 ਮਹੀਨੇ ਪਹਿਲਾਂ ਤੁਹਾਡੇ ਕੋਲ ਟਾਈਮ ਜ਼ਿਆਦਾ ਸੀ ਉਦੋਂ ਵੀ ਆਖਿਆ ਉਹਨੂੰ ਤੁਸੀਂ ਇਸਤੇਮਾਲ ਕੋਈ ਨਹੀਂ ਕੀਤਾ। ਅੱਜ ਹੁਣ ਜਿਹੜੀਆਂ ਗੱਲਾਂ ਮੈਂ ਆਪੇ ਦੱਸਣਾ ਇਹ ਕੁਝ ਅਰਸੇ ਬਾਅਦ ਮੋੜ ਤੁਹਾਡੇ ਕੋਲ ਟਾਈਮ ਇਹ 3 ਮਹੀਨੇ ਵੀ ਕੋਈ ਨਹੀਂ ਹੋਣੇ ਜਿਹੜੇ ਹੁਣ ਹੈ ਨੇ। ਅਤੇ ਬਿਹਤਰ ਤਾਂ ਇਹ ਵੇ ਕਿ ਹੁਣ ਵੀ ਆਪਣਾ ਵੱਗ ਰੁੜਿਆ ਉਹਨੂੰ ਸਾਂਭੋ ਕਿਸੇ ਤਰ੍ਹਾਂ, ਇੱਥੇ ਤੋਂ ਬਚਤ ਦਾ ਸੋਚੋ, ਬਹਿਸਾਂ ਨੂੰ ਛੱਡ ਕੇ ਬਚਤ ਵੱਲ ਆਓ ਕਿ ਕਿਵੇਂ ਬਚਾਓ ਕਿਵੇਂ ਕਰਨਾ। ਇਸ ਤਰ੍ਹਾਂ ਗੱਲ ਚੱਲਦੀ ਜਾਂਦੀ ਹੈ। ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਮਜ਼ੀਦ ਇਸੇ ਮੌਜੂ ਨੂੰ ਅੱਗੇ ਚਲਾਵਾਂ, ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਸਾਂ ਕਿ ਇੱਕ ਵਾਰੀ ਨਾ ਇਸਲਾਮਾਬਾਦ ਇਟਲੀ ਤੋਂ ਇੱਕ ਕੰਟਰੀ ਮੈਨੇਜਰ ਆਇਆ, ਉਹਦਾ ਨਾਂ ਸੀ ਫੈਬਰੀਜ਼ੀਓ।
ਤੇ ਹੌਲੀ ਹੌਲੀ ਵਾਹਵਾ ਚੰਗਾ ਬੇਲੀ ਬਣ ਗਿਆ ਅਤੇ ਮੈਂ ਉਹਦੇ ਨਾਲ ਇੱਕ ਪ੍ਰੋਜੈਕਟ 'ਤੇ ਕੰਮ ਪਿਆ ਕਰਦਾ ਸਾਂ, ਲੇਕਿਨ ਅੱਗੋਂ ਫਿਰ ਤਾਲਕ ਤੇ ਜਿਹੜੇ ਨੇ ਉਹ ਵੱਧਦੇ ਜਾਂਦੇ ਨੇ। ਉਸ ਦੌਰਾਨੀਏ 'ਚ ਇੱਕ ਦਿਨ ਮੈਂ ਉਹਦੇ ਕੋਲ ਦਫ਼ਤਰ ਗਿਆ ਅਤੇ ਉਸ ਸਾਹਮਣੇ ਮੇਜ਼ 'ਤੇ 2 ਅਖਬਾਰਾਂ ਰੱਖੀਆਂ ਸਾਡੀਆਂ, ਜੰਗ ਅਤੇ ਦੂਜੀ ਦੀ ਨਿਊਜ਼, ਉਹ ਇੱਕ ਅੰਗਰੇਜ਼ੀ ਦੀ ਇੱਕ ਉਰਦੂ ਦੀ। ਆਂਦਾ ਅੱਜ ਇੱਕ ਗੱਲ ਦੱਸ। ਮੈਂ ਕਿਹਾ ਬਲ ਜ਼ਾਹਿਰ ਉਹ ਅੰਗਰੇਜ਼ੀ 'ਚ ਗੱਲ ਹੁੰਦੀ ਪਈ, ਮੈਂ ਹੁਣ ਤੁਹਾਡੇ ਵਾਸਤੇ ਸੌਖੇ ਸੌਖੇ ਜਿਵੇਂ ਹੁੰਦਾ। ਉਸ ਆਖਿਆ 2 ਅਖਬਾਰਾਂ ਨੇ ਇੱਕੋ ਮੁਲਕ ਵਿੱਚ ਛਪੀਆਂ ਨੇ, ਬਲਕਿ ਇੱਕੋ ਸ਼ਹਿਰ 'ਚੋਂ ਛਪੀਆਂ ਨੇ, ਲੇਕਿਨ ਮੈਂ ਆਪ ਅੰਗਰੇਜ਼ੀ ਵਾਲੀ ਪੜ੍ਹੀ ਹੈ, ਉਰਦੂ ਵਾਲੀ ਜਿਹੜੀ ਮੈਨੂੰ ਟਰਾਂਸਲੇਟ ਕਰਕੇ ਮੇਰਾ ਸਟਾਫ ਦਿੰਦਾ ਉਹ ਦੱਸਦੇ ਨੇ ਵੀ ਇਹਨਾਂ 'ਚ ਕੀ ਖਬਰਾਂ ਨੇ, ਕੀ ਖਬਰਾਂ ਨੇ, ਕੀ ਖਬਰਾਂ ਨੇ। ਮੈਨੂੰ ਉਹਦਾ ਆਖਿਆ ਬੜੀ ਹੈਰਤ ਹੈ ਕਿ ਇੰਝ ਲੱਗਦਾ ਇਹ 2 ਅਖਬਾਰਾਂ 2 ਮੁਖਤਲਿਫ ਮੁਲਕਾਂ ਦੀਆਂ ਨੇ, ਯਾਨੀ ਜਿਹੜੇ ਮੌਜ਼ੂ ਜਿਹੜੀਆਂ ਗੱਲਾਂ ਉਰਦੂ ਵਾਲੇ 'ਚ ਨੇ ਉਹ ਅੰਗਰੇਜ਼ੀ 'ਚ ਤੋਂ ਬੜੇ ਹਾਈ ਲੈਵਲ 'ਤੇ ਬੜੀਆਂ ਹੋਰ ਤਰ੍ਹਾਂ ਦੇ ਮੌਜ਼ੂਆਤ, ਹੋਰ ਤਰ੍ਹਾਂ ਦੇ ਮਜ਼ਾਮੀਨ। ਅਤੇ ਇਹ ਕੀ ਫ਼ਰਕ ਹੈ ਇਹਨਾਂ ਦੋਵਾਂ ਅਖਬਾਰਾਂ ਦੇ ਜਿਹੜਾ ਮਤਨ ਅਤੇ ਉਹਦੀਆਂ ਖਬਰਾਂ ਦੀ ਨੋਈਅਤ ਅਤੇ ਉਹਦੀ ਕਿਸਮ ਵਿੱਚ ਫ਼ਰਕ ਕਿਉਂ ਹੈ ਇੰਨਾ ਜ਼ਿਆਦਾ? ਮੈਂ ਆਖਿਆ ਭਾਈ ਇਹ ਗੱਲ ਇਹ ਵੇ ਕਿ ਇੱਥੇ ਦਾ ਹਿਸਾਬ ਇੰਝ ਹੈ ਕਿ ਇਹ ਸਮਝਦੇ ਨੇ ਵੀ ਅੰਗਰੇਜ਼ੀ ਵਾਲੇ ਜਿਹੜੇ ਨੇ ਉਹ ਆਲਮ ਨੇ ਅਤੇ ਜਿਹੜੇ ਉਰਦੂ ਵਾਲਾ ਪੜ੍ਹਨ ਵਾਲੇ ਨੇ ਉਹ ਜ਼ਰਾ ਘੱਟ ਜਾਣਦੇ ਨੇ ਸ਼ੈਵਾਂ ਨੂੰ। ਉਹਨਾਂ ਦੇ ਵਾਸਤੇ ਉਹਨਾਂ ਹੋਰ ਚੂਸਣੀਆਂ ਰੱਖੀਆਂ ਨੇ, ਅਤੇ ਜਿਹੜੇ ਕੋਈ ਚੰਗੇ ਮੌਜ਼ੂ ਹੁੰਦੇ ਨੇ, ਸਿਆਣੀਆਂ ਗੱਲਾਂ ਆਪਣੇ ਖਿਆਲ ਵਿੱਚ, ਉਹਨਾਂ ਦੀ ਬਹਿਸ ਇਹ ਅੰਗਰੇਜ਼ੀ 'ਚ ਕਰ ਲੈਂਦੇ ਨੇ। ਅਤੇ ਜੇ ਇਸ ਤਰਤੀਬ ਨਾਲ ਪੰਜਾਬੀ ਵਾਲਾ ਵੀ ਹੈ ਅਤੇ ਪੰਜਾਬੀ ਵਾਲੇ ਮੁਲਕਾਂ ਲੋਕਾਂ ਟੋਲਣ ਵਾਲੀ ਗੱਲ ਹੈ ਨਾ ਉਹਨਾਂ ਨੂੰ। ਲੇਕਿਨ ਇਹ ਫਲਸਫੇ ਦੇ ਬਾਰੇ ਮੇਰਾ ਜ਼ਾਤੀ ਯਕੀਨ ਹੈ ਕਿ ਇਹ ਐਵੇਂ ਹੀ ਹੈ, ਇਹਦੇ 'ਚ ਕੋਈ ਹਕੀਕਤ ਨਹੀਂ। ਸਾਰੀਆਂ ਗੱਲਾਂ ਹੋ ਸਕਦੀਆਂ ਨੇ ਅਤੇ ਸਾਰੇ ਮੌਜ਼ੂਆਤ ਪੰਜਾਬੀ 'ਚ ਵੀ ਡਿਸਕਸ ਹੋ ਸਕਦੇ ਨੇ, ਉਹਨਾਂ 'ਤੇ ਗੱਲ ਹੋ ਸਕਦੀ ਹੈ। ਅਗਲੇ ਬੰਦੇ ਨੂੰ ਬਿਲਕੁਲ ਆਪ ਨੀਵੀਂ ਸਤ੍ਹਾ 'ਤੇ ਫਰਜ਼ ਕਰਕੇ ਬਹਿ ਜਾਣਾ, ਇਹ ਗੱਲ ਗਲਤ ਹੈ। ਇਸ ਵਾਸਤੇ ਮੈਂ ਹੁਣ ਆਇੰਦਾ ਮੇਰੀ ਇਹ ਵੀ ਕੋਸ਼ਿਸ਼ ਹੈ ਕਿ ਹੁੰਗਾਰਾ ਪ੍ਰੋਗਰਾਮ ਦੇ ਵਿੱਚ ਜਿਹੜੀ ਕੋਈ ਗੱਲ, ਜਿਵੇਂ ਅੱਜ ਇੱਕ ਮੈਂ ਖਬਰ ਪੜ੍ਹੀ ਹੈ ਔਰ ਉਹਦੇ 'ਤੇ ਮਜ਼ੀਦ ਗੌਰ ਫਿਕਰ ਜਾਂ ਉਹਦੇ ਉੱਤੇ ਕੁਝ ਹੋਰ ਗੁਫ਼ਤਗੂ ਕਰਕੇ ਅਤੇ ਅੰਗਰੇਜ਼ੀ ਵਾਲੇ ਮੀਡੀਅਮ ਵਿੱਚੋਂ ਜਿਹੜੀ ਖਬਰ ਆਵੇ ਉਹ ਵੀ ਤੁਹਾਡੇ ਨਾਲ ਸ਼ੇਅਰ ਹੋ ਸਕਦੀ, ਉਹਦੇ 'ਤੇ ਤੁਹਾਡੇ ਨਾਲ ਗੱਲ ਹੋਵੇ ਦੀ। ਜਿਵੇਂ ਤੁਹਾਡੇ ਵਾਲ ਨੂੰ ਜਿਹੜੀਆਂ ਹੁੰਦੀਆਂ ਨੇ ਉਹ ਅਗਰ ਅੰਗਰੇਜ਼ੀ 'ਚ ਵੀ ਗੱਲ ਹੋ ਰਹੀ ਹੋਵੇ ਤਾਂ ਉਹਦੇ 'ਚ ਵੀ ਤੁਹਾਡਾ ਮਤਲਬ ਹੈ ਕਿ ਪੰਜਾਬ ਦਾ ਜਾਂ ਪਿੰਡ ਦੇ ਬੰਦੇ ਦਾ ਮੌਕਫ ਕਿਉਂ ਨਹੀਂ ਬਿਆਨ ਹੋ ਸਕਦਾ। ਇਸ ਵਾਸਤੇ ਇਹ ਜਿਹੜੀ ਬਾਰਡਰ ਬਣੇ ਨਾ ਇਹ ਹੁਣ ਤੋੜਨੇ ਪੈਣੇ ਨੇ। ਉਹਦੀ ਵਜ੍ਹਾ ਇਹ ਵੇ ਕਿ ਇਲਮ ਦਾ ਕੋਈ ਜੋਗਰਾਫੀਆ ਨਹੀਂ ਹੁੰਦਾ, ਕੋਈ ਉਹਦੀ ਸਰਹੱਦ ਨਹੀਂ ਹੁੰਦੀ। ਇਨਫੋਰਮੇਸ਼ਨ ਦੀ ਹੁਣ ਉਂਝ ਹੀ ਕੋਈ ਨਹੀਂ ਰਹਿ ਗਈ। ਪੂਰੀ ਦੁਨੀਆ ਚਾਹੁੰਦੇ ਨੇ ਕਿ ਜਿਹੜੀ ਮਾਲੂਮਾਤ ਨੇ ਉਹ ਤਾਂ ਜੋ ਹੁਣ ਸਾਰੀ ਦੁਨੀਆ ਇੱਕ ਪਿੰਡ ਬਣੀ ਪਈ ਹੈ। ਅਤੇ ਇਸ ਵਾਸਤੇ ਅਗਾਂਹ ਵਾਸਤੇ ਇਹ ਵੀ ਦੇਣ ਵਿੱਚ ਰੱਖਿਆ ਹੈ ਕਿ ਅਸਾਂ ਹਰ ਤਰ੍ਹਾਂ ਦੀ ਗੁਫ਼ਤਗੂ ਇਸ ਫੋਰਮ 'ਤੇ ਹੋ ਸਕਦੀ ਹੈ। ਇਹ ਕੋਈ ਨਹੀਂ ਵੀ ਤੁਹਾਡੇ ਵਾਸਤੇ ਨਿਰੇ ਮਾਈਏ ਅਤੇ ਦੋੜੇ ਅਤੇ ਦੋ ਇਹੋ ਜਿਹੀਆਂ ਸ਼ਾਵਾਂ ਲੱਭ ਕੇ ਲਿਆਉਣੀਆਂ ਨੇ। ਨਹੀਂ, ਹਰ ਗੱਲ ਹੋਣੀ ਹੈ। ਔਰ ਇਹ ਵੀ ਵੇਖਣਾ ਕਿ ਗੱਲ ਇਸ ਵੇਲੇ ਲੋੜ ਕਿਹੜੀ ਸ਼ੈ ਦੀ ਹੈ। ਇੰਝ ਉਹ ਜਿਵੇਂ ਵਾਰਿਸ ਸ਼ਾਹ ਨੇ ਆਖਿਆ ਨਾ ਵੀ ਸਿਆਪਾ ਹੋਵੇ ਤਾਂ ਉਹਦੇ 'ਚ ਗਾਣਾ ਜਿਹੜਾ ਉਹ ਨਹੀਂ ਚੰਗਾ ਲੱਗਦਾ, ਅਤੇ ਜਿਹੜੀ ਇੰਝ ਦੀ ਮਜਲਿਸ ਉਹਦੇ 'ਚ ਮੂੰਹ ਬਣਾ ਕੇ ਮਤਲਬ ਜਿਹੜੀ ਖੁਸ਼ੀ ਦੀ ਮਜਲਿਸ ਉਹਦੇ 'ਚ ਮੂੰਹ ਬਣਾ ਕੇ ਬਹਿਣਾ ਵੀ ਚੰਗਾ ਨਹੀਂ ਲੱਗਦਾ। ਹਰ ਚੀਜ਼ ਦਾ ਇੱਕ ਮੌਕਾ ਹੁੰਦਾ, ਇੱਕ ਉਹਦਾ ਅੱਗਾ ਪਿੱਛਾ ਹੁੰਦਾ। ਉਹਦੇ ਨਾਲ ਹੀ ਉਹ ਚੀਜ਼ ਸ਼ਾਵਾਂ ਸੋਹਣੀਆਂ ਲੱਗਦੀਆਂ ਨੇ ਜਿਹੜੀਆਂ ਨਾਲ ਮੈਚ ਕਰਦੀਆਂ ਪਈਆਂ ਹੋਣ, ਲੱਗਾ ਖਾਂਦੀਆਂ ਪਈਆਂ ਹੋਣ। ਲੇਕਿਨ ਸਾਡੇ ਮੀਡੀਆ ਨੂੰ ਕਿਉਂਕਿ ਇਸ ਚੀਜ਼ ਵਿੱਚ ਦਿਲਚਸਪੀ ਕੋਈ ਨਹੀਂ, ਉਹਨਾਂ ਉਹ ਕੰਪਾਰਟਮੈਂਟ ਬਣਾਏ ਨੇ ਕਿ ਆਹ ਸਿਆਣੀਆਂ ਗੱਲਾਂ ਇੱਥੇ ਕਰਨੀਆਂ ਨੇ, ਆਹ ਇੱਥੇ ਕਰਨੀਆਂ ਨੇ। ਜਾਂ ਜਦੋਂ ਬੜੀ ਓਪਨ ਗੱਲ ਕਰਨ 'ਤੇ ਉਹਨਾਂ ਦਾ ਦਿਲ ਹੋਵੇ ਤਾਂ ਬੜੀ ਖੁੱਲ੍ਹੀ ਡੁੱਲੀ, ਉਸ ਵੇਲੇ ਉਹ ਇੱਕ ਸਿਆਸਤਦਾਨ ਫੜਿਆ, ਇੱਕ ਸਿਆਣਾ ਹੋਰ ਉਦੋਂ ਫੜਿਆ, ਇੱਕ ਤਜਜ਼ੀਆ ਨਿਗਾਰ ਲਿਆਂਦਾ, ਉਹਨਾਂ ਦਾ ਕੁੱਕੜਾਂ ਦਾ ਲੜਾ ਬਣਾ ਕੇ ਤੇ ਉੱਥੇ ਸ਼ਾਬਾ ਸ਼ਿਸ਼ਕਾਰ, ਯਾਨੀ ਸ਼ਿਸ਼ਕਾਰਨਾ ਇੱਕ ਮੇਨ ਗੱਲ ਇਹਨਾਂ ਦੀ ਰਹਿ ਗਈ ਹੈ। ਸ਼ਿਸ਼ਕਾਰਨਾ ਨਾ ਕਿਸੇ ਚੀਜ਼ ਦਾ ਇਲਾਜ ਹੁੰਦਾ, ਨਾ ਉਹ ਕਿਸੇ ਮਸਲੇ ਦਾ ਹੱਲ ਹੈ, ਨਾ ਹੀ ਉਹਦੇ ਨਾਲ ਅੱਗੇ ਯਾਨੀ ਤੁਸੀਂ ਇੱਕ ਦੂਜੇ ਕੋਲੋਂ ਨਵੀਂ ਗੱਲ ਸਿੱਖ ਨਹੀਂ ਸਕਦੇ, ਨਵੀਂ ਗੱਲ ਅਗਲੇ ਨੂੰ ਦੇ ਨਹੀਂ ਸਕਦੇ। ਇਹ ਮਾਹੌਲ ਯਾਨੀ ਜਿਹੜਾ ਬਣਾਉਣਾ ਹੈ ਨਾ ਕਿ ਜਿਹਦੇ 'ਚ ਸਾਰੀ ਤਰ੍ਹਾਂ ਦੀ ਗੱਲ ਹੋ ਸਕੇ। ਹੁੰਗਾਰੇ ਦਾ ਸਾਡਾ ਇੱਕ ਇਹ ਵੀ ਹੈ ਕਿ ਹੁੰਗਾਰਾ ਨਿਰਾ ਅੰਜੇ ਜਿਹਨੂੰ ਆਉਂਦੇ ਨਾ ਕਿ ਗੱਲ ਦਾ ਅੱਗਾ ਪਿੱਛਾ ਕੋਈ ਨਾ ਹੋਵੇ ਤਾਂ ਹੁੰਗਾਰਾ ਦਿੱਤੀ ਰੱਖੋ, ਇਹ ਕੋਈ ਗੱਲ ਨਹੀਂ। ਗੱਲ ਦਾ ਅੱਗਾ ਪਿੱਛਾ ਹੋਵੇ, ਗੱਲ ਦੀ ਕੋਈ ਨਾ ਕੋਈ ਸ਼ਕਲ ਬਣੇ। ਔਰ ਉਹ ਅਨਵਰ ਮਸੂਦ ਸਾਹਿਬ ਆਉਂਦੇ ਨਾ ਗੱਲ ਦਾ ਸਵਾਦ ਹੁੰਦਾ, ਖੌਰੇ ਕੀ ਸਵਾਦ ਸੀ। ਇਹਦਾ ਮਤਲਬ ਗੱਲ ਸਾਥ ਤੋਂ ਬਗੈਰ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਮੈਨੂੰ ਫਿਰ ਉਹ ਪ੍ਰੋਗਰਾਮ ਪਿਆ ਯਾਦ ਆਉਂਦਾ ਹੈ, ਉਹ ਪਰਤ ਕੇ ਉਹ ਬੀਬੀ ਪੁੱਛੇ ਪਈ ਡਾਕਟਰ ਫਹੀਮ ਸਾਹਿਬ ਕੋਲੋਂ ਕਿ ਅੱਛਾ ਤੁਹਾਡਾ ਹਕੂਮਤ ਦੇ ਬਾਰੇ 'ਚ ਕੀ ਤੁਸੀਂ ਆਂਦੇ ਹੋ? ਉਹਨੇ ਆਖਿਆ ਬੀਬੀ ਮੈਂ ਰਿਆਜ਼ੀਦਾਨ ਨਹੀਂ, ਮੈਂ ਡਾਕਟਰ ਹਾਂ, ਮੇਰੇ ਕੋਲ ਮੇਰੀ ਗੱਲ ਪੁੱਛੋ। ਅਤੇ ਉਹ ਮੇਰੀ ਗੱਲ ਇਹ ਵੇ ਕਿ ਤੁਸੀਂ ਐਸ ਦੀ ਇਹਤਿਆਤ ਦੀ ਤੁਹਾਨੂੰ ਜ਼ਰੂਰਤ ਹੈ। ਯਾਨੀ ਜਿੰਨਾ ਉਸ ਤਰੀਕ ਉਹਨਾਂ ਨੂੰ ਲਿਆਂਦਾ ਨਾ ਉਹ ਜਣੇ ਦੇ ਪੁੱਤਰ, ਉਹਨਾਂ ਵੀ ਅੱਗੋਂ ਗਿੱਲੀ ਬੰਨੀ ਤੇ ਪੈਰ ਨਹੀਂ ਧਰਿਆ। ਉਸ ਆਖਿਆ ਕਰਨ ਵਾਲੇ ਕੰਮ ਕਰੋ। ਪਹਿਲੀ ਮੇਨ ਚੀਜ਼ ਉਹਨਾਂ ਆਖਿਆ ਅੱਜ ਤੋਂ ਹੀ ਲੈ ਕੇ ਤੁਸੀਂ ਅਗਰ ਇਸ ਗੱਲ 'ਤੇ ਬਹਿ ਜਾਓ, ਕਿਉਂਕਿ ਪਾਕਿਸਤਾਨ ਦੇ ਵਿੱਚ ਤਾਂ ਇਹ ਬਹਿਸ ਬੜੀ ਢੇਰ ਸਾਰੀ ਵੀ ਹੁੰਦੀ, ਕਰੋਨਾ ਕੋਈ ਬਿਮਾਰੀ ਨਹੀਂ, ਬੰਦੇ ਮਰਦੇ ਪਏ, ਹਸਪਤਾਲਾਂ 'ਚੋਂ ਅਖੀਰ ਹੋਈ ਪਈ ਹੈ।
मास्क लभदे नहीं पे, कोई सिलसिला सीधा नहीं पे टुरदा। लेकिन एक तबका वो देश उस गल तो उस लक बद्दा है, वो आंदे जी ये तो बीमारी कोई नहीं, ये तो फलानी वजह तो। कल बल्कि मैं सलीम साफी का एक प्रोग्राम बड़ी उस तकलीफ नाल कीता, तो मैं काफ़ी दुख नाल उहदी गल सुनी। उस आख्या कि मैं किसी हुकूमत का किन्ना कुछ साथी हाँ, किन्ना कुछ मैं उन्होंने हक च हाँ, ये गल हुण वखरी रह गई। गल बुनियाद ये बनी पई है कि सानू हुण मौलवी परत परत के पैंदे ने आजो जुम्मे पढ़ लो, आजो ईदां पढ़ लो, कोई करोना शरोना नहीं, ये सिर्फ हुकूमत एवं सन दा लाया है। लेकिन बंदे मरी जा रहे हैं, हस्पतालों थां कोई नहीं पई बचती। और फिर जिन्नियां उस सलीम साफी ने जिन्नियां थ्योरियां घड़ियां हन कि पहले आंदे ने जी चीन ने बीमारी पैदा की, जी चीन पैदा की तो अपने क्यों मरा ले। फिर आंदे ने जी इस अमरीका चीन वायरस घलिया, उदों दूने जड़े अमरीका मारे गए। असल गल यही है कि जो तुसी बुनियादी तौर पर झूठ दे आंदे ने पैर कोई नहीं होंगे। हुण वो पैर किसी खिते च नहीं पे लगते जाके बंदियां तो, ना वो साबित पे होंदा जी चीन का बीमारी। तो गल इस नूं हुण छड्डो, ये वेखो बंदे मरदे पे ने किन्ने। हस्पतालों ने जवाब अज आगा खान का भी सुनिया, उन्हें भी आख्या साढ़े भी हथ खड़े, साढ़े कोल भी जगह कोई नहीं। अज सारी दिहाड़ी मैं वेंदा रहा उत्थों उकाड़े तो साढ़े एक दोस्त ने वो बार बार वो कहते हैं जिले उकाड़े की इस वक्त पोजीशन जी वो काफ़ी खतरनाक सिचुएशन बनी पई है। ठीक है, अगर ये इंज हो रहा है, अच्छा फिर बाकी जगह तो वही जी जी हुण लॉकडाउन सख्त होना है, हुण करफ्यू होना है। यार जदों इहदा वक्त सी उदों कीता नहीं, हुण आंदे ने असीं करफ्यू ला देना। खुदा दा नाम मनो, हाले भी उन्होंने जिहड़ा एक मशवरा दिता सी वो गल सियाणी सी। उन्हें आख्या शामी रात नूं जिसले लोग ज़्यादा सुनते हैं उस टाइम डॉक्टरां दा एक पैनल उन्हों दा ग्रुप इकट्ठा करो, वो टैलीविजन चैनल ते बहन, उन्होंने टाइम दिओ, और एक चैनल नहीं उन्होंने सारे टाइम दिओ। और वो निरे आम डॉक्टर नहीं बल्कि वो डॉक्टर जेडे वायरालोजी ते जी वायरस डिजीज़ दे ते कैंसरस डिजीज़ या इन्फैक्शियस डिजीज़ यानी इन्फैक्शन वाली बंदे तो बंदे नूं लगण वालियां बीमारियां, इन्हां दे माहिरीन पाकिस्तान कोई घट नहीं ने, चंगे भले उत्थे बंदे मौजूद ने। सिर्फ तरजीहां दी ते अपना जिहड़ा है ना चज चला उन्होंने सीधा करने की जरूरत है। बार बार सिर्फ ये परत के आख देना कि साडी चलानी नूं जी बूहा लवा दिओ, कुत्ता मूँह पा जांदा है। बूहा लवाना किसी मुसीबत का इलाज नहीं है। कुत्ते नूं ढक के रखो और अपना भांडा उहदे कोल भांडा टिंडा उहदे कोल बचाओ। इहदे वास्ते किसी साइंस की तुहानूं लोड़ नहीं। दूजा जी डॉक्टर फहीम ने मशवरा दिता सी और मैं समझना भी मेरी ताईद तो बगैर भी वो मशवरा नहीं वैलिड है, उसकी उन्नी जरूरत है कि वो बहन और रोज़ जाके दसन तो पब्लिक नूं टैलीफोन लाइनां मौजूद होण, जिहड़े इंजे मतलब दिमाग खन्नास समाए ने वो डॉक्टरां नूं पुछण। सियाणी गल है, जिहड़ी फील्ड का मसला होवे उस फील्ड के बंदे को पुछया जाता ना, उहदे उत्ते पूरा पूरा प्रोग्राम करन, वो दसन ते नाल हथ जोड़न मौलवियां नूं खुदा दा नां है कि साडे बंदे ना मराओ ते इन्हां नूं मौत के मूँह च ना धिक्को, ये बड़ी मुसीबत है। हुण अगर ये सारा कुछ नहीं भी होंदा तो बंदे उत्थे जाहिर हुण 22 करोड़ आंदे ने अवाम है, उन्हां चों ज़्यादातर पिंडां च, जे पिंडां च तो कम अज़ कम पिंडां वाले बंदे नूं समझ ढेर सारी आ जाती है कि हुण गल मुसीबत पै गई है। वो जिवें वो मुख्तारे ने उस आख्या ना हुकूमत दसदी नहीं पई नदीम अफजल चंद ने। अगली गल हुण इत्थे हुण मैं की दोहरानी, वो सारी दुनिया नूं पता लग गया। तो वो हुण सारे मुख्तारियां नूं ये दरखास्त है कि हुण भाज अपनी अपनी जे ते ये नफरत का वायरस है तो जहालत की अमलदारी है उस वक्त उत्थे। तो उत्तों करोना जिहड़ा वहिंदा ही नहीं पिया, उन की लोड़ वेखण दी, उस बंदे मारन आया उस मारी जाने दे सो। तो इस वास्ते हुण इस गल तो बचो कि जी ये बीमारी कोई नहीं, ये बीमारी है, ये एहतियात की जरूरत है, इहदे च एक दूजे को फासले की जरूरत है। और जित्थों तक होवे जे काम कोई नहीं तो भीड़ सौड़ तो बचो और उहदे तो जरा हौली हौली आप ही फासला डिवेलप करो। और जिहड़ी अल्लाह तौबा है वो भी हुण जो तौफीक है तो उन्होंने करो। उसकी वजह है कि पिछली बारी तो मैं गल की सी ना कि पंजाब असैंबली ने मतलब अपनी रीझ ला ली वो। इस बारी मैनू हैरत हुई कि यानी खुदा की मदद तो बाद आनी है, खुदा के गज़ब तो बचो पहला। इस बारी वेख्या कि वो सिंध असैंबली के एको ही सीट वाला और लबैक वाला मौलवी सी, वो एको बारी उठ के खलो गया, उस ना पुछया ना दसिया, पूरी वो वीडियो सी। मैंने तो हैरत हुई, मैं वो सोचा एक प्रोग्राम उर्दू पूरा किया जाए कि वो सैकड़ियां की तादाद जो मैंबरान असैंबली बैठे ने, स्पीकर मौजूद है, वजीर आला पता नहीं हूँ उस हालत वेख के या वो जो उस गंद बकवास करनी सी वो तो डरदा वजीर आला तो उठ के नस गया सी, पहले टुर गए सन निकल के।
बाकी जनाब उस मास्क ਨੂੰ ਥੱਲੇ ਕੀਤਾ ਮੌਲਵੀ ਨੇ। ਉਸ ਦੇ ਬਾਅਦ ਕਰੋਨਾ ਦਾ ਨਾਂ ਲੈ ਕੇ ਤੇ ਆਮਦੀਆਂ ਦੇ ਦਿਵਾਲੇ ਹੋ ਗਿਆ। ਨਿਰਾ ਦਿਵਾਲੇ ਨਹੀਂ ਹੋਇਆ, ਫਿਰ ਉਸ ਜ਼ਾਤ ਦੀ ਮੁਗਲਜ਼ਾਤ ਉੱਥੇ ਅਸੈਂਬਲੀ ਦੇ ਮਤਲਬ ਫਲੋਰ ਦੇ ਉੱਤੇ ਨਾਂ ਲੈ ਲੈ ਕੇ ਬਾਨੀ ਜਮਾਤ ਅਹਿਮਦੀਆ ਦਾ। ਅਤੇ ਉਹ ਜਿਹੜੇ ਦੂਜੇ ਸਨ ਉਹਨਾਂ ਮੂੰਹ 'ਚ ਘੂੰਗੜੀਆਂ ਪਾਈਆਂ ਅਤੇ ਹੱਥ ਇੱਥੇ ਰੱਖੇ ਅਤੇ ਸਪੀਕਰ ਜਿਹੜਾ ਉਹ ਵੀ ਬੈਠਾ ਚੁੱਪ ਕਰਕੇ ਪਿਆ ਸੁਣਦਾ। ਇਹ ਤਾਂ ਗੱਲ ਪੱਕੀ ਹੈ ਕਿ ਇਹ ਸਾਰੇ ਜਿਤਨੇ ਬੰਦੇ ਸਨ ਉਹ ਸਾਰੇ ਇਹਦੇ ਹਾਮੀ ਨਹੀਂ ਸਨ। ਇਹ ਵੀ ਗੱਲ ਪੱਕੀ ਹੈ ਕਿ ਸਾਰੇ ਸੂਬਾ ਸਿੰਧ ਦੇ ਵਿੱਚ ਸੀਟ ਉਹ ਹੀ ਲੱਭੀ ਹੈ ਉਹਨਾਂ ਨੂੰ ਇਹ ਗੰਦ ਬੋਲਣ ਵਾਸਤੇ, ਇੱਕੋ ਹੀ ਸੀਟ ਸੀ। ਲੇਕਿਨ ਅਗਲਿਆਂ ਜਿਹੜੇ ਚੁੱਪ ਕਰਕੇ ਬੈਠੇ ਸਨ ਉਹਨਾਂ ਦਾ ਚੁੱਪ ਜੁਰਮ ਹੈ। ਉਹ ਅਮਰੀਕਾ ਦੇ ਵਿੱਚ ਜਦੋਂ ਮਾਰਟਨ ਲੂਥਰ ਕਿੰਗ ਦੇ ਪੁੱਤਰ ਵੱਲ ਇੱਕ ਫਿਕਰਾ ਮਨਸੂਬ ਕੀਤਾ ਜਾਂਦਾ ਕਿ ਸਾਨੂੰ ਇਹ ਯਾਦ ਸ਼ਾਇਦ ਨਾ ਰਵੇ ਕਿ ਸਾਡੇ ਦੁਸ਼ਮਣਾਂ ਕੀ ਆਖਿਆ ਸੀ, ਲੇਕਿਨ ਇਹ ਜ਼ਰੂਰ ਸਾਨੂੰ ਯਾਦ ਰਹੀ ਕਿ ਸਾਡੇ ਸੱਜਣਾ ਕੀ ਨਹੀਂ ਸੀ ਆਖਿਆ। ਇਹ ਪਾਕਿਸਤਾਨ ਦਾ ਐਜ਼ ਏ ਕੌਮ ਹੁਣ ਸੋਚਣ ਦਾ ਵਕਤ ਹੈ ਕਿ ਤੁਹਾਡੀ ਚੁੱਪ ਨੇ ਬੇੜਾ ਰੋੜ ਛੜਿਆ, ਤੁਹਾਡੀ ਚੁੱਪ ਨੇ ਬੇੜਾ ਗਰਕ ਕੀਤਾ ਔਰ ਤੁਹਾਡੀ ਚੁੱਪ ਨੇ ਰਸਤਾ ਦਿੱਤਾ ਕਿ ਉਹ ਯਾਨੀ ਜਿਹਦੇ ਦੂਜੇ ਦੇ ਘਰ ਨੂੰ ਅੱਗ ਲੱਗਦੀ ਹੈ ਤੁਸੀਂ ਉਸ ਟਾਈਮ ਮੰਨਦੇ ਹੋ ਕਿ ਇਹ ਉਹਦੇ ਘਰ ਨੂੰ ਲੱਗੀ ਹੈ। ਆਪਣਾ ਸਿਰ ਬਚਾਓ, ਆਪਣੀ ਜਾਨ ਬਚਾਓ। ਉਹ ਆਪਣੀ ਜਾਨ ਬਚਾਉਂਦੇ ਹੁਣ ਵੇਖ ਲਓ ਗੱਲ ਕਿੱਥੋਂ ਟੁਰੀ ਸੀ ਕਿੱਥੇ ਆ ਗਈ ਹੈ। ਬਾਅਦ ਕਈ ਦੋਸਤਾਂ ਨੇ ਪਿਛਲੀ ਵਾਰ ਵੀ ਆਖਿਆ ਹੋ ਸਕੇ ਯਾਰ ਉਹ ਗੱਲ ਤਾਂ ਅੱਗੇ ਉਸ ਮੱਝ ਦੀ ਹੁੰਦੀ ਪਈ ਸੀ ਅਤੇ ਜਿੱਦਾਂ ਉਹ ਸਿੰਘਾਂ 'ਚ ਉਹਦਾ ਟਾਹਲੀ ਦੇ ਸੰਘਾਂ 'ਚ ਸਿਰ ਧੁੰਨ ਕੇ ਅਤੇ ਢੋਲ ਵਜਾਉਣਾ ਸੀ, ਲੇਕਿਨ ਉਹਦੇ 'ਚ ਤੁਸੀਂ ਖਤਮੇ ਨਬੂਵਤ ਕਿੱਥੋਂ ਕੱਢ ਲਈ। ਗੱਲ ਇਹ ਵੇ ਖਤਮੇ ਨਬੂਵਤ ਆਪੇ ਹੀ ਨਿਕਲ ਆਉਂਦੀ ਹੈ ਕਿ ਜਿਹੜੇ ਵੇਲੇ ਤੁਸੀਂ ਇੱਕ ਤਬਕਾ ਛੱਡ ਦਿੱਤਾ ਖੁੱਲ੍ਹਾ, ਉਹਨੂੰ ਆਖਿਆ ਤੂੰ ਜੋ ਮਰਜ਼ੀ ਆਖ, ਮਤਲਬ ਉਹਨੂੰ ਕੋਈ ਬੰਦਾ ਪਰਤ ਕੇ ਪੁੱਛਣ ਵਾਲਾ ਹੈ ਸੀ ਕਿ ਯਾਰ ਇਹ ਜਿਹੜੀ ਤੂੰ ਯਕਤਰਫਾ ਗੰਦ ਬਕ ਰਿਹਾ ਕਿਆ ਇਹਦਾ ਕੋਈ ਜਵਾਬ ਵੀ ਕੋਈ ਦੇਣ ਵਾਲਾ ਬੰਦਾ ਮੌਜੂਦ ਹੈ, ਜਾਂ ਤੁਹਾਡੇ ਕੋਲ ਕਿਆ ਉੱਥੇ ਸਰਕਾਰੀ ਤੌਰ 'ਤੇ ਇਹ ਸਿਸਟਮ ਮੌਜੂਦ ਹੈ ਕਿ ਤੁਸੀਂ ਫਿਰ ਇਹ ਵੇ ਕਿ ਚਲੋ ਅਸੀਂ ਵੀ ਚੁੱਪ ਕਰ ਜਾਈਏ ਜੇ ਕੋਈ ਆਪਣੇ ਘਰ ਲੱਗਾ ਤਾਂ ਉਹ ਠੀਕ ਹੈ, ਬੁਗਜ਼ ਦਾ ਸਾਡੇ ਕੋਲ ਕੋਈ ਇਲਾਜ ਨਹੀਂ। ਲੇਕਿਨ ਬੁਗਜ਼ ਜਿਸ ਵੇਲੇ ਸਰਕਾਰੀ ਸਤ੍ਹਾ 'ਤੇ ਆ ਜਾਏ, ਫਲੋਰ ਆਫ ਦ ਅਸੈਂਬਲੀ 'ਤੇ ਜਿਸ ਟਾਈਮ ਬੁਗਜ਼ ਆ ਜਾਂਦਾ ਉਸ ਟਾਈਮ ਉਹਦਾ ਇੱਕ ਇਲਾਜ ਜ਼ਰੂਰੀ ਹੋ ਜਾਂਦਾ। ਇਹ ਜਿਹੜਾ ਤੁਸੀਂ ਸਾਰੇ ਸੁਣਦੇ ਹੋ ਨਾ ਸਾਰੇ ਜੀ ਫੇਲ ਸਟੇਟ ਇਸ ਗੱਲ ਨਾਲ ਬਾਅਦ ਵਿੱਚ ਹੁੰਦੀ ਹੈ ਕਿ ਜੋ ਉਹਨਾਂ ਕੋਲ ਪੈਸੇ ਮੁੱਕ ਗਏ ਸਨ ਜਾਂ ਉਹਨਾਂ ਦੇ ਕੋਲ ਵਸਾਇਲ ਦੀ ਕਮੀ ਆ ਗਈ ਸੀ। ਪਹਿਲਾਂ ਫੇਲ ਸਟੇਟ ਦਾ ਜਿਹੜਾ ਪਹਿਲਾ ਦਰਜਾ ਜਾਂ ਪਹਿਲਾ ਪੈਰ ਹੁੰਦਾ ਉਹ ਇਹ ਹੁੰਦਾ ਕਿ ਪਬਲਿਕ ਜਿਹੜੀ ਅਸੈਂਬਲੀ 'ਚ ਮੌਜੂਦ ਨਹੀਂ, ਅਵਾਮੁਨ-ਨਾਸ ਜਿਹੜੇ ਆਪਣੇ ਘਰ ਬੈਠੇ, ਅਕਲੀਅਤਾਂ ਜਿਹੜੀਆਂ ਆਪਣੀਆਂ ਆਪਣੀਆਂ ਜਗ੍ਹਾ 'ਤੇ ਆਬਾਦ ਨੇ, ਜਾਂ ਉਹ ਤਬਕੇ ਜਿਨ੍ਹਾਂ ਦੇ ਨਾਲ ਪਹਿਲਾਂ ਆਈਨ ਔਰ ਗਲਤ ਕਾਨੂੰਨ ਸਾਜ਼ੀ ਦੇ ਨਤੀਜੇ 'ਚ ਜ਼ੁਲਮ ਹੋ ਰਿਹਾ, ਉਹਨਾਂ ਦੀ ਜਾਨ ਮਾਲ ਦਾ ਤਹੱਫੁਜ਼ ਰਿਆਸਤ ਔਰ ਰਿਆਸਤ ਦੇ ਇਦਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਿਸ ਵੇਲੇ ਉਹ ਇਦਾਰੇ ਆਪਣੀ ਜ਼ਿੰਮੇਵਾਰੀ ਅਦਾ ਨਹੀਂ ਕਰਦੇ, ਆਪਣੇ ਮਫਾਦ ਦੀ ਖਾਤਰ ਕਿ ਇਹ ਜਿਹੜਾ ਆਪਣਾ ਹਵਾ ਖੜਾ ਕੀਤਾ ਹੈ ਜਾਂ ਇਹ ਜਿਹੜਾ ਜਿੰਨ ਨੇ ਇਹ ਬੋਤਲ 'ਚੋਂ ਨਿਕਲ ਕੇ ਸਾਡੇ ਗਲ ਨਾ ਪੈ ਜਾਏ, ਲਿਹਾਜ਼ਾ ਅਗਰ ਇਹ ਅਵਾਮ-ਉਨ-ਨਾਸ ਦੇ ਉੱਤੇ ਚੜ੍ਹ ਦੌੜਦਾ ਤਾਂ ਇਹਨੂੰ ਜਾਣ ਦਿਓ, ਕੁਝ ਨਹੀਂ ਹੁੰਦਾ। ਉਹ ਕੁਝ ਨਹੀਂ ਹੁੰਦਾ ਤਾਂ ਜਿਹੜਾ ਸਟੈਪ ਬੈਕ ਕਰਨਾ ਉਹਦੇ ਨਤੀਜੇ 'ਚ ਅੱਗੋਂ ਆਪਸ਼ਨ ਕੀ ਬਚਦਾ? ਸੈਲਫ ਡਿਫੈਂਸ, ਸਿਵਲ ਜਸਟਿਸ। ਜ਼ਾਤੀ ਤੌਰ 'ਤੇ ਹਰ ਬੰਦਾ ਆਪਣੇ ਹੱਥ 'ਚ, ਕਿਸੇ ਨੂੰ ਇੰਨੀ ਅਕਲ ਨਹੀਂ ਪਿਆਉਂਦੀ ਕਿ ਜਿਸ ਵੇਲੇ ਆਪਣਾ ਤਹੱਫੁਜ਼ ਸਾਡੀ ਆਪਣੀ ਜ਼ਿੰਮੇਵਾਰੀ ਬਣ ਜਾਏ। ਇਹਨੂੰ ਹੀ ਤਾਂ ਅਨਾਰਕੀ ਔਰ ਤਵਾਇਫੁਲ ਮਲੂਕੀ ਆਉਂਦੇ ਨੇ, ਹੋਰ ਤਵਾਇਫੁਲ ਮਲੂਕੀ ਦੇ ਸਿਰੇ ਸਿੰਘ ਹੁੰਦੇ ਨੇ। ਪਾਕਿਸਤਾਨ ਨੂੰ ਨਿਰਾ ਐਟਮ ਬੰਬ 'ਤੇ ਨਾ ਭੁੜਕਦੇ ਰਹੋ, ਇਹ ਵੇਖੋ ਵੀ ਐਟਮ ਬੰਬ 'ਤੇ ਬੜੀ ਫੌਜ 'ਤੇ ਉਹ ਸਾਰਾ ਕੁਝ, ਬੰਦੇ ਬਚਾਓ ਆਪਣੇ, ਔਰ ਬੰਦੇ ਤੁਹਾਡੇ ਹੁਣ ਬਚ ਨਹੀਂ ਸਕਦੇ। ਪਿਛਲੀ ਵਾਰੀ ਵੀ ਆਖਿਆ ਸੀ ਜਿਸ ਟਾਈਮ ਕੁੱਤਾ ਹਲਕਾ ਹੋ ਜਾਣਾ ਉਹਨੂੰ ਤੁਹਾਨੂੰ ਮਾਰਨਾ ਪਾਉਣਾ, ਉਹਨੂੰ ਡੱਕਣਾ ਪਾਉਣਾ ਤਾਂ ਤੁਹਾਡੇ, ਨਹੀਂ ਤੇ ਜਿਹਨੂੰ ਉਹ ਵੱਢ ਗਿਆ ਉਹ ਬਾਉਲੀ ਮੌਤ ਜਿਹੜੀ ਉਹ ਬੜੀ ਭੈੜੀ ਹੁੰਦੀ ਹੈ। ਉਹਦੇ ਤੋਂ ਬਚੋ, ਇਹਦੇ ਤੋਂ ਬਚੋ, ਵਰਨਾ ਹੁਣ ਉਹ ਹੀ ਕਰੋਨਾ ਗਲੀਆਂ 'ਚ ਪਿਆ ਫਿਰਦਾ। ਉਹ ਹੀ ਬੰਦੇ ਨੇ ਹੁਣ ਆਂਦੇ ਨੇ ਜੀ ਫਲਾਣਾ ਸ਼ਹਿਰ ਜਿਹੜਾ ਉਹਦੇ 'ਚ ਕਰਫਿਊ ਲਾ ਦਿਓ। ਜਿਸ ਟਾਈਮ ਇਹ ਆਂਦਾ ਸੀ ਕਿ ਨਹੀਂ ਅਸਾਂ ਜੁਮੇ ਪੜ੍ਹਨੇ, ਉਸ ਟਾਈਮ ਤੁਹਾਨੂੰ ਮੌਲਵੀ ਦੇ ਅੱਗੇ ਖਲੋਣ ਦੀ ਕਿਉਂ ਤੌਫੀਕ ਨਹੀਂ ਹੋਈ? ਉਸ ਟਾਈਮ ਇਹਨੂੰ ਕਿਉਂ ਨਹੀਂ ਆਖਿਆ ਕਿ ਸਾਡਾ ਰਿਆਸਤ ਦਾ ਜਿਹੜਾ ਬਿਆਨੀਆ ਹੈ ਜਾਂ ਰਿਆਸਤ ਦੇ ਬਾਰੇ ਜਿਹੜੀ ਫੈਸਲਾ ਕੁਨ ਗੱਲ ਹੈ ਤੂੰ ਚੁੱਪ ਕਰ ਐਸਾ ਕਰਨੀ, ਉਹ ਸ਼ਟਅਪ ਕਾਲ ਤੁਹਾਡੇ ਕੋਲੋਂ ਨਹੀਂ ਪਈ ਦਿੱਤੀ ਜਾਂਦੀ। ਹੁਣ ਵੀ ਦੇ ਲਓ ਤੇ ਬਚ ਰਵੋ ਦੇ, ਨਹੀਂ ਤੇ ਫਿਰ ਜੋ ਹੁਣ ਮੁੜੋ ਰੱਬ ਦੀਆਂ ਦਿੱਤੀਆਂ ਸਾਣੀਆਂ ਪਾਉਂਦੀਆਂ ਨੇ। ਲੇਕਿਨ ਇਹ ਬੜੀ ਤਕਲੀਫ ਦੇ ਮੌਤ, ਜਿਵੇਂ ਹਲਕੇ ਕੁੱਤੇ ਵਾਲੀ ਮੌਤ ਬੜੀ ਤਕਲੀਫ ਦੇਵੇ, ਕਰੋਨਾ ਵਾਲੀ ਮੌਤ ਵੀ ਬਹੁਤ ਤਕਲੀਫ ਦੇਵੇ। ਅੱਲਾਹ ਤਾਲਾ ਮੁਲਕ ਨੂੰ ਅਤੇ ਹਾਲਾਤ ਨੂੰ ਇਹਦੇ ਤੋਂ ਮਹਿਫੂਜ਼ ਰੱਖੇ ਅਤੇ ਬਚਾਏ। ਮੈਂ ਗੱਲ ਤੇ ਹੋਰ ਵੀ ਜ਼ਾਹਿਰ ਹੈ ਇਸ ਵਾਰੀ ਮੈਂ ਇੱਕ ਹੋਰ ਵੀ ਲੱਭ ਕੇ ਆਂਦੀ ਸੀ, ਚੰਗੀ ਸੌਖੀ ਜਿਹੀ ਨਜ਼ਮ ਸੀ। ਸਾਡੇ ਇੱਕ ਦੋਸਤ ਹਨ ਅਰਸ਼ਦ ਚਹਾਲ, ਅੱਲਾ ਜ਼ਿੰਦਗੀ ਦੇ ਨੇ, ਖੜੀ ਸ਼ਰੀਫ ਦੇ,
ਉਹਨਾਂ ਲਿਖੀ ਸੀ ਔਰ ਉਹ ਅੱਜ ਦੇ ਮਜ਼ਮੂਨ ਨਾਲ ਉਹਦਾ ਕੋਈ ਤਾਲੁਕ ਵੀ ਹੈ ਕਿ ਵੇਲੇ ਸੋਚ ਵਿਚਾਰਾਂ ਜੋਗੇ ਰਹਿ ਗਏ ਸਨ, ਹੁਣ ਤੇ ਕੱਖ ਅੰਗਾਰਾਂ ਜੋਗੇ ਰਹਿ ਗਏ ਸਨ। ਇਹਦੇ ਤੋਂ ਗੌਰ ਕਰ ਲਓ ਤਾਂ ਕਾਫੀ ਸ਼ੈਵਾਂ ਸਮਝ 'ਚ ਆ ਜਾਣਗੀਆਂ ਕਿ ਵੇਲੇ ਸੋਚ ਵਿਚਾਰਾਂ ਜੋਗੇ ਰਹਿ ਗਏ ਸਨ, ਹੁਣ ਤੇ ਕੱਖ ਅੰਗਾਰਾਂ ਜੋਗੇ ਰਹਿ ਗਏ ਸਨ। ਪਿਆਰ ਵਫਾ ਦਾ ਰੰਗ ਉਡਾ ਕੇ ਮੁਖੜੇ ਤੂੰ, ਸੋਹਣੇ ਸਿਰਫ ਸ਼ਿੰਗਾਰਾਂ ਜੋਗੇ ਰਹਿ ਗਏ ਸਨ। ਅਤੇ ਉੱਥੇ ਪੱਗਾਂ ਬੰਨ੍ਹ ਕੇ ਕਿੰਨੇ ਟੁਰਨਾ ਸੀ, ਉੱਥੇ ਪੱਗਾਂ ਬੰਨ੍ਹ ਕੇ ਕਿੰਨੇ ਟੁਰਨਾ ਸੀ, ਜਿੱਥੇ ਸਿਰ ਤਲਵਾਰਾਂ ਜੋਗੇ ਰਹਿ ਗਏ ਸਨ। ਅਤੇ ਜੀਵਨ ਸਾਰਾ ਕੰਡਿਆਂ ਨਾਲ ਪਰੋਇਆ ਸੀ, ਫੁੱਲ ਤੇ ਸਿਰਫ ਮਜ਼ਾਰਾਂ ਜੋਗੇ ਰਹਿ ਗਏ ਸਨ। ਆਪਣੀ ਫਸਲ ਤੇ ਸੋਕੇ ਪੁੰਗਰਨ ਨਹੀਂ ਦਿੱਤੀ, ਵਿਹਲੇ ਹੱਥ ਵੰਗਾਰਾਂ ਜੋਗੇ ਰਹਿ ਗਏ ਸਨ। ਅਤੇ ਸ਼ੇਰਾਂ ਨਾਲ ਯਾਰਾਨੇ ਅਰਸ਼ਦ ਉਦੋਂ ਹੋਏ ਜਦ ਉਹ ਸਿਰਫ ਕਛਾਰਾਂ ਜੋਗੇ ਰਹਿ ਗਏ ਸਨ। ਵੇਲੇ ਸੋਚ ਵਿਚਾਰਾਂ ਜੋਗੇ ਰਹਿ ਗਏ ਸਨ, ਹੁਣ ਤੇ ਕੱਖ ਅੰਗਾਰਾਂ ਜੋਗੇ ਰਹਿ ਗਏ ਸਨ। ਅੱਲਾਹ ਤਾਲਾ ਸਾਰਿਆਂ ਨੂੰ ਆਪਣੀ ਹਿਫਜ਼ੋ ਅਮਾਨ 'ਚ ਰੱਖੇ। ਫੀਡਬੈਕ ਅਤੇ ਇਹਨਾਂ ਹਵਾਲੇ ਨਾਲ ਫਿਰ ਗੱਲ ਅਗਲੇ ਪ੍ਰੋਗਰਾਮ ਵਿੱਚ ਕਰਾਂਗੇ। ਹਫ਼ਤੇ ਬਾਅਦ ਹੀ ਸਹੀ, ਚਲੋ ਹਾਜ਼ਰੀ ਸਾਡੀ ਹੁੰਦੀ ਰਹੇ ਦੀ। ਤੁਸੀਂ ਸਾਡੇ ਨਾਲ ਰਹੋ ਅਤੇ ਪ੍ਰੋਗਰਾਮ ਅੰਗਾਰਾ ਇੰਸ਼ਾਅੱਲਾ ਜਾਰੀ ਰਹੇਗਾ। ਅੱਲਾਹ ਦੇ ਹਵਾਲੇ। ਅਗਲੇ ਪ੍ਰੋਗਰਾਮ ਤੱਕ ਤਾਹਿਰ ਭੱਟੀ ਔਰ ਅੰਗਾਰਾ ਨੂੰ ਇਜਾਜ਼ਤ ਦਿਓ। अस्सलाम वालेकुम।